ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਗੈ ਘਾਲ ਸੇਵਕ ਜੇ ਘਾਲੈ, ਸ਼ਬਦ ਗੁਰੂ ਕੈ ਲਾਗ ਰਹੈ। ਕੱਗੇ ਅੱਖਰ ਦੁਆਰਾ ਪਾਂਦੇ ਨੂੰ ਉਪਦੇਸ਼ ਦਿੰਦੇ ਹਨ। ਜੇਕਰ ਦਾਸ ਬਣ ਕੇ ਘਾਲ ਸੇਵਾ ਦੀ ਘਾਲਣਾ ਭਾਵ ਕਮਾਈ ਕਰੇ ਅਤੇ ਹਰ ਵਕਤ ਸਤਿਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਵਿਚਾਰ ਵਿੱਚ ਲੱਗਿਆ ਰਵੇ। ਬੁਰਾ ਭਲਾ ਜੇ ਸਮ ਕਰ ਜਾਣੈ, ਇਨ ਬਿਦ ਸਾਹਿਬ ਰਮਤ ਰਹੈ। ਭਾਵੇਂ ਕੋਈ ਬੁਰਾ ਕਹੀਏ, ਭੈੜਾ ਕਹੀ ਜਾਵੇ, ਭਾਵੇਂ ਕੋਈ ਭਲਾ ਕਹੀਏ, ਚੰਗਾ ਕਹੀ ਜਾਵੇ, ਜੋ ਦੋਹਾਂ ਨੂੰ ਸਮ ਬਰਾਬਰ ਕਰਕੇ ਜਾਣ ਲਵੇ, ਇੱਕੋ ਜਿਹੀ ਬਿਰਤੀ ਰੱਖੇ, ਇਸ ਬਿਧ ਤਰੀਕੇ ਨਾਲ ਸਾਹਿਬ ਮਾਲਕ ਪਰਮੇਸ਼ਰ ਨੂੰ ਰਮਤ ਉਚਾਰਦਾ ਰਹੇ। ਇਸ ਬਿਧ ਪ੍ਰਕਾਰ ਸਾਹਿਬ ਮਾਲਕ ਪਰਮੇਸ਼ਰ ਵਿੱਚ ਰਮਤ ਕਹੀਏ ਰਮਿਆ ਰਹੇ ਤਾਂ ਮੁਕਤ ਹੋ ਜਾਵੇਗਾ। ਚੱਚੈ ਚਾਰ ਵੇਦ ਜਿਨ ਸਾਜੇ, ਚਾਰੇ ਖਾਣੀ ਚਾਰ ਜੁਗਾ। ਚੱਚੇ ਅੱਖਰ ਦੁਆਰਾ ਪਾਂਦੇ ਨੂੰ ਸਿੱਖਿਆ ਦਿੰਦੇ ਹਨ ਕਿ ਜਿਸ ਵਾਹਿਗੁਰੂ ਨੇ ਬ੍ਰਹਮਾ ਜੀ ਨੂੰ ਚਾਰ ਵੇਦ ਰਿਗ ਜਜੁਰ ਸਾਮ ਅਥਰਵਣ ਸਫੁਰਨ ਕਰਾ ਕੇ ਬਣਾਏ ਹਨ, ਸਾਜੇ ਹਨ, ਅਤੇ ਚਾਰੇ ਚਾਰ ਖਾਣੀਆਂ ਅੰਡਜ ਜੇਰਜ ਸੇਤਜ ਉਤਭੁਜ ਚਾਰ ਜੁਗਾ, ਚਾਰ ਯੁਗ ਸਤਜੁਗ ਤ੍ਰੇਤਾ ਦੁਆਪਰ ਕਲਯੁਗ ਸਥਾਪਨ ਕੀਤੇ ਹਨ। ਜੁਗ ਜੁਗ ਜੋਗੀ ਖਾਣੀ ਭੋਗੀ, ਪੜ੍ਹਿਆ ਪੰਡਤ ਆਪ ਥੀਆ। ਜੋ ਪਰਮੇਸ਼ਰ ਜੁਗਾਂ ਜੁਗਾਂ ਵਿੱਚ ਜੋਗੀ ਕਹੀਏ ਜੁੜਿਆ ਹੋਇਆ ਹੈ। ਜੁਗ ਨਾਮ ਦੋ ਦਾ ਵੀ ਆ ਭਾਵ, ਦੋ ਭਾਵ ਜੀਵ ਤੇ ਈਸ਼ਰ ਲੋਕ ਤੇ ਜੁਗ ਦੋ ਭਾਵੀ ਪੁਰਖ ਤੇ ਪ੍ਰਕਿਰਤੀ ਆਦਿ, ਇਹਨਾਂ ਸਾਰਿਆਂ ਦੀ ਆਤਮਾ ਵਿੱਚ ਜੁੜਿਆ ਹੋਇਆ ਹੈ। ਚਾਰ ਖਾਣੀ ਖਾਣੀਆਂ ਦੇ ਤਾਈਂ ਪੈਦਾ ਕਰਨ ਵਾਲਾ ਤੇ ਚਾਰ ਖਾਣੀਆਂ ਦੇ ਭੋਗੀ ਭੋਗਾਂ ਨੂੰ ਭੋਗਣ ਵਾਲਾ ਵੀ ਆਪ ਹੀ ਹੈ। ਭਾਵ ਸਾਰਿਆਂ ਦਾ ਭੋਗ ਪਾਉਣ ਵਾਲਾ, ਪਰਲੋ ਕਰਨ ਵਾਲਾ ਹੈ। ਉਹ ਪਰਮੇਸ਼ਰ ਆਪ ਹੀ ਪੜ੍ਹਿਆ ਹੋਇਆ ਪੰਡਤ ਵਿਦਵਾਨ ਥੀਆ ਕਹੀਏ ਹੋ ਰਿਹਾ ਹੈ। ਸ਼ਸ਼ੈ ਛਾਇਆ ਵਰਤੀ ਸਭ ਅੰਤਰ, ਤੇਰਾ ਕੀਆ ਭਰਮ ਹੋਆ। ਸ਼ਸ਼ੇ ਅੱਖਰ ਦੁਆਰਾ ਪਾਂਦੇ ਨੂੰ ਪਾਵਨ ਪਵਿੱਤਰ ਉਪਦੇਸ਼ ਦਿੰਦੇ ਹਨ ਕਿ ਸਾਰੇ ਸੰਸਾਰ ਵਿੱਚ ਬ੍ਰਹਮ ਚੇਤਨ ਅਧਿਸ਼ਠਾਨ ਸਰੂਪ ਦੀ ਜੋਤ ਛਾਇਆ ਪ੍ਰਤੀਬਿੰਬ ਰੂਪ ਹੋ ਕੇ ਵਰਤੀ ਕਹੀਏ ਵਰਤ ਰਹੀ ਹੈ। ਸਾਰੇ ਜਗਤ ਵਿੱਚ ਪਰਮੇਸ਼ਰ ਦੀ ਮਾਇਆ ਰੂਪ ਛਾਇਆ ਕਹੀਏ ਛਾਂ ਪੈ ਰਹੀ ਹੈ। ਸਾਰਿਆਂ ਅੰਦਰ ਛਾਇਆ ਅਵਿਦਿਆ ਵਰਤ ਰਹੀ ਹੈ। ਤੇਰਾ ਕੀਆ ਭਰਮ ਹੋਆ, ਸੋ ਤੇਰਾ ਕੀਆ ਭਰਮ ਹੋਆ ਹੈ ਪਰਮੇਸ਼ਰ, ਸਾਰੇ ਜੀਵਾਂ ਨੂੰ ਤੇਰਾ ਹੀ ਭਾਵ ਤੁਹਾਡਾ ਹੀ ਕੀਤਾ ਹੋਇਆ ਭਰਮ ਹੋ ਰਿਹਾ। ਸਾਰਾ ਸੰਸਾਰ ਤੁਹਾਡਾ ਆਪਣਾ ਹੀ ਸਰੂਪ ਕੀਤਾ ਹੋਇਆ ਹੈ, ਪਰ ਜੀਵਾਂ ਨੂੰ ਭਰਮ ਕਰਕੇ ਦੂਜਾ ਪ੍ਰਤੀਤ ਹੋਣ ਲੱਗ ਪਿਆ ਹੈ। ਭਰਮ ਉਪਾਏ ਭੁਲਾਈਨ ਆਪੇ, ਤੇਰਾ ਕਰਮ ਹੋਆ ਤਿਨ ਗੁਰੂ ਮਿਲਿਆ। ਮਾਇਆ ਨੇ ਭੁਲੇਖਾ ਪੈਦਾ ਕਰਕੇ ਸਾਰੀ ਸ੍ਰਿਸ਼ਟੀ ਨੂੰ ਵਿਸ਼ਿਆਂ ਵਿੱਚ ਅਗਿਆਨ ਦੇ ਵਿੱਚ ਆਪ ਹੀ ਭੁਲਾਈਨ ਭੁਲਾ ਦਿੱਤਾ ਹੈ। ਜੀਵਾਂ ਦੇ ਅੰਤਹਿਕਰਨ ਵਿੱਚ ਭਰਮ ਪੈਦਾ ਕਰਕੇ ਆਪ ਹੀ ਆਪਣੇ ਸਰੂਪ ਨੂੰ ਭੁਲਾ ਦਿੱਤਾ ਹੈ। ਜਿਨ੍ਹਾਂ ਉੱਤੇ ਤੁਹਾਡਾ ਕਰਮ ਬਖਸ਼ਿਸ਼ ਰੂਪੀ ਹੱਥ ਹੋਇਆ ਹੈ, ਉਹਨਾਂ ਨੂੰ ਪੂਰਨ ਸਤਿਗੁਰੂ ਸਾਹਿਬ ਜੀ ਦਾ ਮਿਲਾਪ ਹੋਇਆ ਹੈ। ਜਜੈ ਜਾਨ ਮੰਗਤ ਜਨ ਜਾਚੈ, ਲੱਖ 84 ਭੀਖ ਭਵਿਆ। ਜੱਜੇ ਅੱਖਰ ਦਾ ਪਾਂਦਾ ਜੀ ਇਹ ਸਿਧਾਂਤ ਹੈ ਕਿ ਜਨ ਜੀਵ ਮਨੁੱਖਾ ਜਨਮ ਵਿੱਚ ਗੁਰਾਂ ਦੇ ਪਾਸੋਂ ਪਰਮੇਸ਼ਰ ਦਾ ਜਾਣਨਾ ਭਾਵ ਗਿਆਨ ਦਾ ਦਾਨ ਮੰਗਤਾ ਭਿਖਾਰੀ ਬਣ ਕੇ ਮੰਗਦਾ ਹੈ, ਕਿਉਂਕਿ 84 ਲੱਖ ਜੂਨਾਂ ਭਿਖਿਆ ਵਿੱਚ ਹੀ ਭਟਕਦਾ ਆਇਆ ਹੈ। ਭਾਵ ਜੂਨਾਂ ਵਿੱਚ ਮਨੁੱਖਾ ਸਰੀਰ ਦੀ ਭਿਖਿਆ ਮੰਗਦਾ ਰਿਹਾ। ਏਕੋ ਲੇਵੈ ਏਕੋ ਦੇਵੈ, ਅਵਰ ਨ ਦੂਜਾ ਮੈਂ ਸੁਣਿਆ। ਇੱਕੋ ਹੀ ਜੀਵ ਰੂਪ ਹੋ ਕੇ ਪਰਮੇਸ਼ਰ ਤੂੰ ਦਾਨ ਲੈਂਦਾ ਹੈ ਤੇ ਇੱਕੋ ਈਸ਼ਰ ਰੂਪ ਹੋ ਕੇ ਸਾਰਿਆਂ ਨੂੰ ਦਾਨ ਦਿੰਦਾ ਹੈ। ਇੱਕੋ ਸਿੱਖ ਹੋ ਕੇ ਤੂੰ ਉਪਦੇਸ਼ ਲੈ ਰਿਹਾ ਹੈ ਤੇ ਇੱਕੋ ਸਤਿਗੁਰੂ ਰੂਪ ਹੋ ਕੇ ਉਪਦੇਸ਼ ਦੇ ਰਿਹਾ।
ਆਪ ਜੀ ਤੋਂ ਬਿਨਾ ਹੋਰ ਅਵਰ ਸਥਾਨ ਵਿੱਚ ਕੋਈ ਨਹੀਂ ਸੁਣਿਆ। ਚੱਜੈ ਝੂਰ ਮਰੋ ਕਿਆ ਪ੍ਰਾਣੀ, ਜੋ ਕਿਛ ਦੇਣਾ ਸੋ ਦੇ ਰਹਿਆ। ਝੱਜੇ ਅੱਖਰ ਦੁਆਰਾ ਪਾਂਦੇ ਨੂੰ ਸਿੱਖਿਆ ਦਿੰਦੇ ਹਨ ਕਿ ਇਹ ਪ੍ਰਾਣਾਧਾਰੀ ਜੀਵ ਮਾਇਆ ਦੇ ਝੂੰਦਾ ਝੋਰਿਆਂ ਵਿੱਚ ਝੂਰ ਭਾਵ ਝੁਰ ਕੁੜ ਕੇ ਕਿਸ ਵਾਸਤੇ ਮਰ ਰਿਹਾ। ਕੁਝ ਵਾਹਿਗੁਰੂ ਨੇ ਪ੍ਰਲਬਧ ਅਨੁਸਾਰ ਬਖਸ਼ਣਾ ਕੀਤਾ ਹੈ, ਉਹ ਆਦਿ ਤੋਂ ਲੈ ਕੇ ਦੇ ਰਿਹਾ ਹੈ। ਦੇ ਵੇਖੈ ਹੁਕਮ ਚਲਾਏ, ਜਿਉ ਜੀਆ ਕਾ ਰਿਜ਼ਕ ਪਿਆ। ਜਿਵੇਂ ਜਿਵੇਂ ਜੀਵਾਂ ਦਾ ਰਿਜ਼ਕ ਰੋਜੀ ਦੇ ਅਨੁਸਾਰ ਲੇਖ ਪਿਆ ਹੋਇਆ, ਤਿਵੇਂ ਤਿਵੇਂ ਸਾਰਿਆਂ ਦੇ ਤਾਈਂ ਦਾਨ ਦੇ ਕੇ ਵੇਖਦਾ ਹੈ ਕਿ ਇਹ ਹੁਕਮ ਭਾਣੇ ਵਿੱਚ ਚੱਲਦੇ ਹਨ। ਸਾਰਿਆਂ ਨੂੰ ਆਪਣੇ ਹੁਕਮ ਵਿੱਚ ਚਲਾਉਂਦਾ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਸਮੇਂ ਦੇਸ਼ ਰਟਨ ਕਰਦਿਆਂ ਤੁਲੰਬੇ ਸ਼ਹਿਰ ਵਿੱਚ ਵਿਚਰ ਰਹੇ ਸਨ, ਤਾਂ ਹਜ਼ੂਰ ਪਾਤਸ਼ਾਹ ਨੇ ਇੱਕ ਜ਼ਿਮੀਂਦਾਰ ਵੇਖਿਆ ਜੋ ਮੱਕੀ ਦੇ ਖੇਤ ਕੋਲ ਖੜਾ ਸੀ। ਉਸ ਵੇਲੇ ਮੱਕੀ ਦੇ ਟਾਂਡਿਆਂ ਨੂੰ ਜੋ ਛੱਲੀਆਂ ਲੱਗੀਆਂ ਹੋਈਆਂ ਸਨ, ਉਹਨਾਂ ਦੇ ਬਿਲਕੁਲ ਉੱਪਰਲੇ ਪਾਸੇ ਛੱਲੀ ਦੇ ਜੋ ਵਾਲ ਨਿਕਲਦੇ ਹਨ, ਉਹਨਾਂ ਦੇ ਵਿੱਚੋਂ ਇੱਕ ਮੱਕੀ ਦਾ ਦਾਣਾ ਸਤਿਗੁਰਾਂ ਦੀ ਨਜ਼ਰ ਪਿਆ, ਜਿਸ ਨੂੰ ਦੇਖ ਕੇ ਸਤਿਗੁਰੂ ਜੀ ਹੱਸ ਪਏ ਅਤੇ ਕਿਹਾ, ਧੰਨ ਵਾਹਿਗੁਰੂ, ਤੂੰ ਬੜਾ ਬੇਅੰਤ ਹੈ। ਕੋਲ ਖੜੇ ਭਾਈ ਮਰਦਾਨਾ ਜੀ ਨੇ ਪੁੱਛਿਆ ਕਿ ਦਾਤਾ ਜੀ, ਕੁਝ ਅਸਾਂ ਮੂਰਖਾਂ ਦੇ ਪੱਲੇ ਵੀ ਪਾਓ, ਕਿਉਂਕਿ ਤੁਹਾਡਾ ਤੁਰਨਾ ਬੈਠਣਾ ਉੱਠਣਾ ਬੋਲਣਾ ਹੱਸਣਾ ਕਦੀ ਵੀ ਨਿਰਅਰਥ ਨਹੀਂ ਹੁੰਦਾ। ਜੇ ਹੱਸੇ ਹੋ ਤਾਂ ਇਸ ਵਿੱਚ ਕੋਈ ਗੁੱਝਾ ਅਰਥ ਜ਼ਰੂਰ ਹੈ। ਇਸ ਵਾਰਤਾ ਨੂੰ ਕੋਲ ਖੜਾ ਜ਼ਿਮੀਂਦਾਰ ਬੜੇ ਧਿਆਨ ਨਾਲ ਸੁਣੀ ਜਾ ਰਿਹਾ ਸੀ। ਸਤਿਗੁਰੂ ਜੀ ਨੇ ਕਿਹਾ ਕਿ ਭਾਈ ਮਰਦਾਨਿਆ, ਇਹ ਜੋ ਛੱਲੀ ਦੇ ਉੱਪਰਲਾ ਦਾਣਾ ਨਜ਼ਰ ਆ ਰਿਹਾ ਨਾ, ਇਸ ਨੂੰ ਖਾਣ ਵਾਲਾ 100 ਕੋਹਾਂ 'ਤੇ ਹੈ। 100 ਕੋਹਾਂ 'ਤੇ ਇੱਕ ਕੁਕੜੀ ਹੈ ਜਿਸ ਦੇ ਮੁੱਖ ਵਿੱਚ ਇਹ ਦਾਣਾ ਜਾਣਾ। ਇਹ ਗੱਲ ਸੁਣ ਕੇ ਜ਼ਿਮੀਂਦਾਰ ਇਤਰਾਜ਼ ਸਹਿਤ ਬੋਲਿਆ ਕਿ ਬੀਜੀ ਮੈਂ ਹੈ, ਪਾਲੀ ਮੈਂ ਹੈ, 100 ਕੋਹਾਂ ਦੀ ਕੁਕੜੀ ਕਿਵੇਂ ਇਸ ਨੂੰ ਖਾ ਲਵੇਗੀ। ਮੈਂ ਹੁਣੇ ਹੀ ਤੁਹਾਡੀ ਕਹੀ ਗੱਲ ਨੂੰ ਝੂਠ ਸਾਬਤ ਕਰ ਦਿੰਦਾ ਹਾਂ। ਉਸ ਨੇ ਛੱਲੀ ਤੋਂ ਤੋੜ ਕੇ ਉਹ ਦਾਣਾ ਜਦੋਂ ਕਾਹਲੀ ਤੇਜ਼ੀ ਨਾਲ ਮੁੱਖ ਵਿੱਚ ਪਾਉਣਾ ਚਾਹਿਆ ਤਾਂ ਅਜਿਹਾ ਭਾਣਾ ਵਰਤਿਆ ਕਿ ਥੋੜ੍ਹਾ ਜਿਹਾ ਹੱਥ ਉਸ ਨੂੰ ਉੱਥੂ ਆ ਕੇ ਉਹ ਦਾਣਾ ਨੱਕ ਵਿੱਚ ਜਾ ਫਸਿਆ। ਨੇੜੇ ਤੇੜੇ ਕੋਈ ਹਕੀਮ ਨਾ ਹੋਣ ਕਾਰਨ 100 ਕੋਹਾਂ 'ਤੇ ਇੱਕ ਹਕੀਮ ਰਹਿੰਦਾ ਸੀ। ਇਲਾਜ ਕਰਾਉਣ ਲਈ ਉਸ ਕੋਲ ਪਹੁੰਚਿਆ। ਹਕੀਮ ਨੇ ਅਜਿਹੀ ਦਵਾਈ ਦਿੱਤੀ ਜਿਸ ਨਾਲ ਉਸ ਨੂੰ ਛਿੱਕ ਆਈ, ਜਿਸ ਨਾਲ ਦਾਣਾ ਬੁੜਕ ਕੇ ਬਾਹਰ ਆ ਗਿਆ, ਭਾਵ ਦੂਰ ਜਾ ਡਿੱਗਾ। ਲਾਗੇ ਹੀ ਕੁਕੜੀ ਚੋਗਾ ਚੁਗ ਰਹੀ ਸੀ। ਉਹ ਦਾਣਾ ਦੇਖ ਕੇ ਝੱਟ ਹੀ ਕੁਕੜੀ ਨੇ ਆਪਣੇ ਮੁੱਖ ਵਿੱਚ ਪਾ ਲਿਆ। ਇਹ ਵਾਰਤਾ ਅੱਖੀਂ ਵੇਖ ਕੇ ਉਸ ਜ਼ਿਮੀਂਦਾਰ ਨੇ ਕਿਹਾ ਕਿ ਧੰਨ ਗੁਰੂ ਨਾਨਕ, ਧੰਨ ਕਰਤਾਰ, ਜਿਸ ਨੇ 100 ਕੋਹਾਂ ਤੋਂ ਇਸ ਬਹਾਨੇ ਰਿਜ਼ਕ ਇੱਥੇ ਪਹੁੰਚਾ ਦਿੱਤਾ। ਨੰਨੈ ਨਦਰ ਕਰੇ ਜਾ ਦੇਖਾ, ਦੂਜਾ ਕੋਈ ਨਾਹੀ। ਨੰਨੇ ਅੱਖਰ ਦੁਆਰਾ ਪਾਂਦੇ ਨੂੰ ਸਿੱਖਿਆ ਦਿੰਦੇ ਹਨ ਕਿ ਜਦੋਂ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਮਿਹਰ ਕਰ ਦੇਵੇ, ਜਦੋਂ ਸਤਿਗੁਰਾਂ ਦੀ ਕਿਰਪਾ ਕਰਕੇ ਗਿਆਨ ਦੀ ਦਿਵਯ ਦ੍ਰਿਸ਼ਟੀ ਜਾਗ ਪਵੇ, ਤਾਂ ਉਸ ਪਰਮੇਸ਼ਰ ਦੇ ਕੌਤਕਾਂ ਨੂੰ ਵੇਖੀਦਾ ਹੈ ਅਤੇ ਉਸ ਪਰਮੇਸ਼ਰ ਤੋਂ ਬਿਨਾਂ ਦੂਸਰਾ ਹੋਰ ਕੋਈ ਵੀ ਅਵਰ ਅਸਥਾਨ ਵਿੱਚ ਦ੍ਰਿਸ਼ਟੀ ਨਹੀਂ ਆਉਂਦਾ। ਏਕੋ ਰਵ ਰਹਿਆ ਸਭ ਥਾਈ, ਏਕ ਵਸਿਆ ਮਨ ਮਾਹੀ। ਸਭ ਕਹੀਏ ਸਾਰਿਆਂ ਥਾਵਾਂ ਵਿੱਚ ਇੱਕ ਪਰਮੇਸ਼ਰ ਹੀ ਰਵ ਰਹਿਆ, ਵਿਆਪਕ ਹੋ ਰਿਹਾ, ਅਤੇ ਵਾਹਿਗੁਰੂ ਹੀ ਸਾਰਿਆਂ ਦੇ ਮਨਾਂ ਵਿੱਚ ਹਿਰਦਿਆਂ ਵਿੱਚ ਵਸ ਰਿਹਾ ਹੈ। ਜਿਨ੍ਹਾਂ ਦੇ ਮਨ ਹਿਰਦੇ ਮਾਹੀ ਵਿੱਚ ਇੱਕ ਪਰਮੇਸ਼ਰ ਦਾ ਨਾਮ ਵਸ ਗਿਆ, ਉਹ ਸਾਰਿਆਂ ਥਾਵਾਂ ਵਿੱਚ ਪਰਮੇਸ਼ਰ ਨੂੰ ਵਿਆਪਕ ਜਾਣ ਕੇ ਉਚਾਰਨ ਕਰ ਰਹੇ ਹਨ। ਟਟੈ ਟੰਚ ਕਰੋ ਕਿਆ ਪ੍ਰਾਣੀ, ਘੜੀ ਕੇ ਮੋਹਤ ਕੇ ਉੱਠ ਚੱਲਣਾ। ਟਟੈ ਭਾਵ ਟੈਂਕੇ ਅੱਖਰ ਦੁਆਰਾ ਪਾਂਦੇ ਨੂੰ ਉਪਦੇਸ਼ ਦਿੰਦੇ ਹਨ ਕਿ ਇਹ ਪ੍ਰਾਣਾਧਾਰੀ ਜੀਵ, ਟੰਚ ਭਾਵ ਟਿਚਰਾਂ ਹੁਜਤਾਂ ਟੰਚ ਪਖੰਡ ਕੀ ਕਰਦੇ ਹੋ, ਕੀ ਟੰਚ ਤਰਕਾਂ ਟੰਚੇ ਕਰਦੇ ਹੋ। ਸੰਸਾਰ ਵਿੱਚੋਂ 60 ਪਲਾਂ ਨੂੰ
ਅੱਜ ਕੱਲ੍ਹ 24 ਮਿੰਟ ਦਾ ਸਮਾਂ ਜਾਂ ਮੋਹਤ ਅੱਧੀ ਘੜੀ ਨੂੰ ਉੱਠ ਕੇ ਸਥੂਲ ਸਰੀਰ ਛੱਡ ਕੇ ਚਲਿਆ ਜਾਣਾ ਹੈ। ਜੂਐ ਜਨਮ ਨਹਾਰੋ ਆਪਣਾ, ਭਾਜ ਪੜ੍ਹੋ ਤੁਮ ਹਰ ਸਰਣਾ। ਸੰਸਾਰ ਰੂਪੀ ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ਿਆਂ ਰੂਪੀ ਜੂਏ ਵਿੱਚ ਆਪਣਾ ਮਨੁੱਖਾ ਜਨਮ ਨੂੰ ਨਾ ਹਾਰਨਾ ਕਰੋ। ਜਿਵੇਂ ਕੋਈ ਅੱਗ ਵਿੱਚੋਂ ਦੌੜ ਕੇ ਨਿਕਲ ਜਾਵੇ, ਇਉਂ ਤੁਸੀਂ ਵੀ ਸੰਸਾਰ ਨੂੰ ਦੁੱਖ ਰੂਪ ਜਾਣ ਕੇ ਭਾਜ ਕਹੀਏ ਦੌੜ ਕੇ ਵਾਹਿਗੁਰੂ ਦੀ ਸਰਣਾ ਓਟ ਵਿੱਚ ਪੈਣਾ ਕਰੋ। ਠੱਠੈ ਠਾੜ ਵਰਤੀ ਤਿਨ ਅੰਤਰ, ਹਰ ਚਰਣੀ ਜਿਨ ਕਾ ਚਿਤ ਲਾਗਾ। ਠੱਠੇ ਅੱਖਰ ਦੁਆਰਾ ਪਾਂਦੇ ਨੂੰ ਉਪਦੇਸ਼ ਦਿੰਦੇ ਹਨ ਕਿ ਉਹਨਾਂ ਦੇ ਹਿਰਦੇ ਅੰਦਰ ਵਿੱਚ ਭਾਵ ਠੰਡਕ ਭਾਵ ਸ਼ਾਂਤੀ ਵਰਤੀ ਹੈ। ਜਿਨ੍ਹਾਂ ਦਾ ਚਿੱਤ ਹਿਰਦਾ ਵਾਹਿਗੁਰੂ ਦੇ ਚਰਨਾਂ ਵਿੱਚ ਲੱਗਾ ਹੈ। ਚਿਤ ਲਾਗਾ ਸੇਈ ਜਨ ਨਿਸਤਰੇ, ਤਉ ਪ੍ਰਸਾਦੀ ਸੁਖ ਪਾਇਆ। ਜਿਨ੍ਹਾਂ ਦਾ ਹਿਰਦਾ ਪ੍ਰਭੂ ਚਰਨਾਂ ਵਿੱਚ ਲੱਗਾ ਹੈ, ਉਹ ਜਨ ਪੁਰਖ ਸੰਸਾਰ ਸਮੁੰਦਰ ਤੋਂ ਮੁਕਤ ਹੋ ਗਏ। ਨਿਸਤਰੇ ਸੰਸਾਰ ਰੂਪੀ ਨਿਸ ਪ੍ਰਪੰਚ ਤੋਂ ਨਾਮ ਵਿਸ਼ੇਸ਼ ਕਰਕੇ ਸੰਗ ਨਾਮ ਭਲੀ ਪ੍ਰਕਾਰ ਤਰੇ ਨਾਮ ਤਰ ਗਏ ਹਨ। ਹੇ ਪਰਮੇਸ਼ਰ, ਤਉ ਤੇਰੀ ਪ੍ਰਸਾਦੀ ਕਿਰਪਾ ਨਾਲ ਹੀ ਉਹਨਾਂ ਗੁਰਮੁਖਾਂ ਨੇ ਆਤਮਿਕ ਸੁਖ ਆਨੰਦ ਪਾਉਣਾ ਕੀਤਾ ਹੈ। ਡੱਡੈ ਡੰਫ ਕਰੋ ਕਿਆ ਪ੍ਰਾਣੀ, ਜੋ ਕਿਛ ਹੋਆ ਸੋ ਸਭ ਚੱਲਣਾ। ਡੱਡੇ ਅੱਖਰ ਦੁਆਰਾ ਉਪਦੇਸ਼ ਬਖਸ਼ਦੇ ਹਨ ਕਿ ਹੇ ਪ੍ਰਾਣਾਧਾਰੀ ਜੀਵੋ, ਤੁਸੀਂ ਕੀ ਡੰਫ ਪਾਖੰਡ ਕਰਦੇ ਹੋ। ਜਿਹੜਾ ਕੁਝ ਉਤਪੰਨ ਹੋਇਆ ਹੈ, ਜੋ ਕੁਝ ਮਾਇਕੀ ਪਸਾਰਾ ਪ੍ਰਤੀਤ ਹੋ ਰਿਹਾ ਦਿਸ ਰਿਹਾ, ਉਹ ਸਾਰਾ ਚਲਾਏ ਮਾਨ ਭਾਵ ਚਲੇ ਜਾਣ ਵਾਲਾ ਹੈ, ਨਾਸ ਹੋ ਜਾਣ ਵਾਲਾ ਹੈ। ਤਿਸੈ ਸਰੀਵੋ ਤਾ ਸੁਖ ਪਾਵੋ, ਸਰਬ ਨਿਰੰਤਰ ਰਵ ਰਹਿਆ। ਜੋ ਸਾਰਿਆਂ ਦੇ ਅੰਦਰ ਇੱਕ ਰਸ ਪਰਮੇਸ਼ਰ ਰਵ ਰਿਹਾ, ਵਿਆਪਕ ਹੋ ਰਿਹਾ, ਉਸ ਵਾਹਿਗੁਰੂ ਨੂੰ ਸੇਵਨਾ ਕਰੋ ਤਾਂ ਸੁਖ ਸਰੂਪ ਨੂੰ ਪਾ ਲਵੋਗੇ। ਢੱਡੈ ਢਾਹਿ ਉਸਾਰੈ ਆਪੇ, ਜਿਉ ਤਿਸ ਭਾਵੈ ਤਿਵੈ ਕਰੇ। ਢੱਡੇ ਅੱਖਰ ਦੁਆਰਾ ਪਾਂਦੇ ਨੂੰ ਉਪਦੇਸ਼ ਦਿੰਦੇ ਹਨ ਕਿ ਉਹ ਪਰਮੇਸ਼ਰ ਆਪ ਹੀ ਢਾਉਂਦਾ ਹੈ, ਆਪ ਹੀ ਉਸਾਰਦਾ ਹੈ, ਭਾਵ ਉਸ ਨੂੰ ਪੈਦਾ ਕਰਨ ਵਾਲਾ ਤੇ ਆਪ ਹੀ ਪਰਲੋ ਕਰਨ ਵਾਲਾ ਹੈ। ਜਿਵੇਂ ਉਸ ਪਰਮੇਸ਼ਰ ਨੂੰ ਪਿਛੇ ਭਾਉਂਦਾ ਸੀ, ਉਵੇਂ ਹੀ ਕਰਦਾ ਸੀ, ਅਰਥਾਤ ਜਿਵੇਂ ਹੁਣ ਭਾਉਂਦਾ ਹੈ ਉਸੇ ਤਰ੍ਹਾਂ ਕਰਦਾ ਹੈ। ਜਿਉ ਤਿਸ ਭਾਵੈ ਤਿਵੈ ਕਰੇ। ਕਰ ਕਰ ਵੇਖੈ ਹੁਕਮ ਚਲਾਏ, ਤਿਸ ਨਿਸਤਾਰੇ ਜਾ ਕੋ ਨਦਰ ਕਰੇ। ਸਰਵਣ ਕਰਕੇ ਫਿਰ ਮੰਨਣ ਕਰਕੇ ਨਿਧਿਆਸਣ ਦੁਆਰਾ ਆਪਣੇ ਸਰੂਪ ਨੂੰ ਸਾਖਿਆਤ ਵੇਖ ਲਵੇਗਾ ਤੇ ਸਾਰੀਆਂ ਇੰਦਰੀਆਂ ਨੂੰ ਆਪਣੇ ਹੁਕਮ ਵਿੱਚ ਚਲਾ ਲਵੇਗਾ, ਭਾਵ ਇੰਦਰੀਏ ਕਦੇ ਵੀ ਆਕੀ ਨਹੀਂ ਚੱਲਣਗੇ। ਪ੍ਰਭੂ ਸੰਸਾਰ ਨੂੰ ਕਰ ਸਿਰਜ ਕਰਕੇ ਦੇਖ ਰਿਹਾ ਅਤੇ ਸਾਰੇ ਜੀਵਾਂ ਨੂੰ ਆਪਣੇ ਹੁਕਮ ਵਿੱਚ ਲਾਉਂਦਾ ਹੈ, ਪਰੰਤੂ ਸੰਸਾਰ ਸਮੁੰਦਰ ਤੋਂ ਉਸ ਨੂੰ ਤਾਰਦਾ ਹੈ ਜਿਨ੍ਹਾਂ 'ਤੇ ਕਿਰਪਾ ਦੀ ਨਦਰ ਮਿਹਰ ਦ੍ਰਿਸ਼ਟੀ ਕਰਦਾ ਹੈ। ਅਣਾਣੈ ਰਵਤ ਰਹਿ ਘਟ ਅੰਤਰ, ਹਰ ਗੁਣ ਗਾਵੈ ਸੋਈ। ਅਣਾਣੇ ਅੱਖਰ ਦੁਆਰਾ ਪਾਂਦੇ ਨੂੰ ਸਿੱਖਿਆ ਦਿੰਦੇ ਹਨ ਕਿ ਜੋ ਪੁਰਖ ਹਰ ਵਕਤ ਘਟ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਰਵਤ ਉਚਾਰਦਾ ਰਹਿੰਦਾ ਹੈ, ਉਹੀ ਹਰ ਪਰਮੇਸ਼ਰ ਦੀਆਂ ਕੀਰਤਨ ਰੂਪ ਵਿੱਚ ਗੁਣ ਸਿਫਤਾਂ ਨੂੰ ਗਾ ਸਕਦਾ ਹੈ। ਆਪੇ ਆਪ ਮਿਲਾਏ ਕਰਤਾ, ਪੁਨਰਪ ਜਨਮ ਨ ਹੋਈ। ਉਹ ਕਰਤਾ ਪੁਰਖ ਆਪ ਹੀ ਤੁੰਗ ਪਦ ਦੇ ਲਖ ਅਰਥ ਦਾ ਸਾਖੀ ਰੂਪ ਹੈ ਤੇ ਆਪ ਹੀ ਤਤ ਪਦ ਦੇ ਲਖ ਅਰਥ ਦੁਆਰਾ ਜੀਵ ਨੂੰ ਆਪਣੇ ਸਰੂਪ ਵਿੱਚ ਮੇਲ ਲੈਂਦਾ। ਆਪਣੇ ਅੰਤঃਕਰਨ ਦੇ ਅੰਦਰ ਆਪਣੇ ਸਰੂਪ ਦੇ ਗਿਆਨ ਦੁਆਰਾ ਤੁੰਗ ਪਦ ਦੇ ਲਖ ਅਰਥ ਦੀ ਤਤ ਪਦ ਦੇ ਲਖ ਅਰਥ ਵਿੱਚ ਏਕਤਾ ਕਰਾ ਦਿੰਦਾ ਹੈ, ਭਾਵ ਮਿਲਾਪ ਕਰਾ ਦਿੰਦਾ ਹੈ। ਪੁਨਰਪ ਕਹੀਏ ਫਿਰ ਕਦੀ ਵੀ ਜਨਮ ਨਹੀਂ ਹੁੰਦਾ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਤਤੈ ਤਾਰੂ ਭਵ ਜਲ ਹੋਆ, ਤਾਕਾ ਅੰਤ ਨ ਪਾਇਆ। ਤਤੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ ਕਿ ਸੰਸਾਰ ਰੂਪ ਸਮੁੰਦਰ ਅਤੇ ਅੰਤ ਤਾਰੂ ਡੂੰਘਾ ਹੋ ਰਿਹਾ। ਸੰਸਾਰ ਰੂਪੀ ਸਮੁੰਦਰ
ਜੰਮਣ ਮਰਨ ਦੇ ਭੈ ਰੂਪੀ ਜਲ ਕਰਕੇ ਅਤਿਅੰਤ ਡੂੰਘਾ ਹੋ ਰਿਹਾ। ਤਾਕਾ ਕਹੀਏ ਉਸ ਵਾਹਿਗੁਰੂ ਦਾ ਕਿਸੇ ਤੋਂ ਵੀ ਅੰਤ ਨਹੀਂ ਪਾਇਆ ਜਾਂਦਾ। ਗਿਆਨ ਤੋਂ ਬਿਨਾਂ ਕਿਸੇ ਨੇ ਸੰਸਾਰ ਦਾ ਅੰਤ ਨਹੀਂ ਪਾਇਆ। ਸੋ ਇਸ ਪ੍ਰਕਾਰ ਫਿਰ ਬੇਨਤੀ ਕਰੀਏ, ਨਾ ਤਰ ਨਾ ਤੁਲਹਾ ਹਮ ਬੂਡਸ, ਤਾਰ ਲੇਹ ਤਾਰਨ ਰਾਇਆ। ਹੇ ਪਰਮੇਸ਼ਰ, ਨਾ ਬਾਹਾਂ ਦੇ ਬਲ ਨਾਲ ਤਰਨਾ ਜਾਣਦਾ ਹਾਂ, ਨਾ ਹੀ ਨਾਮ ਰੂਪੀ ਜਹਾਜ਼ ਹੈ, ਨਾ ਹੀ ਤਰਨ ਵਾਸਤੇ ਨਾਮ ਦਾ ਜਹਾਜ਼ ਹੈ, ਨਾ ਹੀ ਰਾਗ ਦੁਐਖ ਰੂਪੀ ਨਾਲਿਆਂ ਤੋਂ ਲੰਘਣ ਵਾਸਤੇ ਪ੍ਰੇਮ ਰੂਪੀ ਤੁਲਹਾ ਹੈ, ਜਿਸ ਕਰਕੇ ਅਸੀਂ ਹੰਗਤਾ ਮਮਤਾ ਕਰਕੇ ਬੂਡਸ ਕਹੀਏ ਡੁੱਬ ਰਹੇ ਹਾਂ। ਹੇ ਤਾਰਨ ਪਾਰ ਕਰਨ ਵਾਲੇ ਰਾਇਆ ਰਾਜਾ ਰੂਪ ਪਰਮੇਸ਼ਰ, ਸਾਨੂੰ ਮਲਾਹ ਦੀ ਨਿਆਈ ਹੋ ਕੇ ਪਾਰ ਕਰ ਲੈਣਾ ਕਰੋ। ਥਥੈ ਥਾਨ ਥਨੰਤਰ, ਥਥੈ ਥਾਨ ਥਾਨੰਤਰ ਸੋਈ, ਜਾ ਕਾ ਕੀਆ ਸਭ ਹੋਆ। ਥੱਥੇ ਅੱਖਰ ਦੁਆਰਾ ਪਾਂਦੇ ਨੂੰ ਉਪਦੇਸ਼ ਬਖਸ਼ ਰਹੇ ਹਨ। ਉਹ ਪਰਮੇਸ਼ਰ ਥਾਨ ਮਕਾਨਾਂ, ਥਾਨੰਤਰ ਮਕਾਨੀਆਂ ਵਿੱਚ, ਥਾਨ ਮਕਾਨਾਂ ਦੀ ਨਿਆਈ ਸਰੀਰਾਂ ਵਿੱਚ, ਥਾਨੰਤਰ ਥਨੰਤਰੀਆਂ ਦੀ ਨਿਆਈ ਸੂਖਮ ਸਥੂਲ ਕਾਰਨ ਦੇਹਾਂ ਵਿੱਚ ਆਪ ਹੀ ਭਰਪੂਰ ਹੋ ਰਿਹਾ। ਉਸ ਦਾ ਸਾਰਾ ਸੰਸਾਰ ਪੈਦਾ ਕੀਤਾ ਹੋਇਆ। ਕਿਆ ਭਰਮ ਕਿਆ ਮਾਇਆ ਕਹੀਐ, ਜੋ ਤਿਸ ਭਾਵੈ ਸੋਈ ਭਲਾ। ਜਿਹੜਾ ਉਸ ਪਰਮਾਤਮਾ ਨੂੰ ਪਾਉਂਦਾ ਹੈ, ਉਹੀ ਜੋ ਜੀਵ ਭਲਾ ਚੰਗਾ ਕਰਕੇ ਸਮਝਦਾ ਹੈ, ਉਸ ਨੂੰ ਕੀ ਭਰਮ ਤੇ ਕੀ ਮਾਇਆ ਕਹਿ ਸਕਦੀ ਹੈ। ਭਾਵ ਕੁਝ ਨਹੀਂ ਕਹਿ ਸਕਦੀ। ਦੱਦੈ ਦੋਸ ਨ ਦੇਉ ਕਿਸੈ, ਦੋਸ ਕਰਮਾ ਆਪਣਿਆ। ਦੱਦੇ ਅੱਖਰ ਦੁਆਰਾ ਕਿਰਪਾ ਕਰਕੇ ਉਪਦੇਸ਼ ਬਖਸ਼ ਰਹੇ ਹਨ। ਸਤਿਗੁਰੂ ਦੱਸਦੇ ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ। ਦੋਸ਼ ਕਸੂਰ ਤਾਂ ਸਾਰਾ ਆਪਣਿਆਂ ਕਰਮਾਂ ਦਾ ਹੈ। ਚੰਗੇ ਮੰਦੇ ਕਰਮਾਂ ਦਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨ ਦੀਜੈ ਅਵਰ ਜਨਾ। ਜਿਹੜਾ ਕਰਮ ਮੈਂ ਕੀਤਾ ਹੈ, ਉਸ ਦਾ ਹੀ ਫਲ ਮੈਂ ਆਪ ਪਾਇਆ ਹੈ। ਐਸਾ ਨਿਸ਼ਚੇ ਕਰਕੇ ਹੋਰ ਜਨਾਂ ਪੁਰਖਾਂ ਨੂੰ ਦੋਸ਼ ਦੇਣਾ ਯੋਗ ਨਹੀਂ। ਤੱਦੈ ਧਾਰ ਕਲਾ ਜਿਨ ਛੋਡੀ, ਹਰ ਚੀਜੀ ਜਿਨ ਰੰਗ ਕੀਆ। ਧੱਦੇ ਅੱਖਰ ਦੁਆਰਾ ਪਾਂਦੇ ਨੂੰ ਉਪਦੇਸ਼ ਬਖਸ਼ ਰਹੇ ਜਿਸ ਵਾਹਿਗੁਰੂ ਨੇ ਆਪਣੀ ਚੇਤਨ ਦੀ ਕਲਾ ਸ਼ਕਤੀ ਸਾਰੇ ਧਾਰ ਛੱਡੀ ਆ, ਭਾਵ ਧਾਰਨ ਕੀਤੀ ਹੋਈ ਆ। ਹਰੇਕ ਚੀਜੀ ਕਹੀਏ ਚੀਜ਼ਾਂ ਵਿੱਚ ਆਪਣੀ ਚੇਤਨ ਸੱਤਾ ਦਾ ਰੰਗ ਖੇਲ ਭਾਵ ਕੌਤਕ ਕੀਤਾ ਹੈ। ਜਿਸ ਨੇ ਹਰ ਰੰਗਾਂ ਦੀਆਂ ਚੀਜ਼ਾਂ ਨੂੰ ਪੈਦਾ ਕੀਤਾ, ਜਿਸ ਹਰੀ ਨੇ ਹਰੇਕ ਚੀਜ਼ਾਂ ਸਰੀਰਾਂ ਪਦਾਰਥਾਂ ਆਦਿ ਵਿੱਚ ਆਪਣਾ ਰੰਗ ਆਨੰਦ ਪ੍ਰਗਟ ਕੀਤਾ ਹੈ। ਤਿਸ ਦਾ ਦੀਆ ਸਭਨੀ ਲੀਆ, ਕਰਮੀ ਕਰਮੀ ਹੁਕਮ ਪਿਆ। ਤਿਸ ਦਾ ਕੀ ਉਸ ਵਾਹਿਗੁਰੂ ਦਾ ਦਿੱਤਾ ਹੋਇਆ ਦਾਨ ਸਭਨੀ ਸਾਰਿਆਂ ਜੀਵਾਂ ਨੇ ਲੈਣਾ ਕੀਤਾ ਹੈ। ਜਿਹੋ ਜਿਹੇ ਜੀਵ ਨੇ ਕਰਮ ਕੀਤੇ ਹਨ, ਉਹਨਾਂ ਕਰਮੀ ਕਹੀਏ ਕਰਮਾਂ ਕਰਕੇ ਪਰਮੇਸ਼ਰ ਦੀ ਆਗਿਆ ਵਿੱਚ ਪਿਆ ਹੋਇਆ। ਜਿਨ੍ਹਾਂ ਕਰਮੀ ਭਾਵ ਜੀਵਾਂ ਦੇ ਉੱਤੇ ਗੁਰਾਂ ਨੇ ਕਰਮੀ ਬਖਸ਼ਿਸ਼ ਕੀਤੀ ਹੈ, ਉਹਨਾਂ ਨੂੰ ਹੁਕਮ ਰਜਾ ਮੰਨਣ ਦਾ ਸੁਭਾਅ ਪੈ ਗਿਆ, ਜਿਸ ਕਰਕੇ ਉਹ ਹੁਕਮ ਮੰਨਣੇ ਕਰਕੇ ਸੱਚ ਸਰੂਪ ਵਿੱਚ ਅਭੇਦ ਹੋ ਗਏ ਹਨ। ਨੰਨੈ ਨਾਹ ਭੋਗ ਨਿਤ ਭੋਗੈ, ਨਾ ਡੀਠਾ ਨਾ ਸੰਮਲਿਆ। ਨੰਨੇ ਅੱਖਰ ਦੁਆਰਾ ਕਿਰਪਾ ਕਰਕੇ ਉਪਦੇਸ਼ ਬਖਸ਼ ਰਹੇ ਹਨ ਕਿ ਇਹ ਜੀਵ ਰੂਪ ਇਸਤਰੀ ਨਾਹ ਪਤੀ ਦੇ ਦਿੱਤੇ ਭੋਗਾਂ ਭਾਵ ਪਦਾਰਥਾਂ ਨੂੰ ਨਿਤਾ ਪ੍ਰਤੀ ਭੋਗਦੀ ਭਾਵ ਮਾਣਦੀ ਹੈ। ਨਾ ਕਦੇ ਪਤੀ ਪਰਮੇਸ਼ਰ ਨੂੰ ਦੇਖਿਆ ਭਾਵ ਦਰਸ਼ਨ ਕੀਤੇ, ਨਾ ਹੀ ਕਦੇ ਸੰਭਲਿਆ ਯਾਦ ਕੀਤਾ, ਕਦੇ ਸੰਭਾਲਿਆ ਨਹੀਂ। ਗੱਲੀ ਹਉ ਸੁਹਾਗਣ ਭੈਣੇ, ਕੰਤ ਨ ਕਬਹੂ ਮੈਂ ਮਿਲਿਆ। ਹੇ ਭੈਣੇ ਸਖੀਏ, ਮੈਂ ਤਾਂ ਗੱਲਾਂ ਕਰਕੇ ਤਾਂ ਸੁਹਾਗਵੰਤੀ ਹਾਂ, ਪਰੰਤੂ ਮੈਨੂੰ ਹੰਗਤਾ ਮਮਤਾ ਕਰਕੇ ਕਬਹੂ ਕਹੀਏ ਕਦੇ ਵੀ ਕੰਤ ਪਤੀ ਪਰਮੇਸ਼ਰ ਨਹੀਂ ਮਿਲਿਆ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।